ਦੋਸਤੋ ਪੰਜਾਬੀ ਟ੍ਰਿਬਿਊਨ ਦੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਤੀ ਸੰਕਟ ਬਾਰੇ, ਜਿਸ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਸਿੰਘ ਭੁੱਲਰ। ਭੁੱਲਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਬੜੀ ਮਿਹਰਬਾਨੀ ਆਤਿਸ਼ ਤੁਹਾਡੀ। ਚਰਨਜੀਤ ਜੀ, ਇਸ ਸਮੇਂ ਪੰਜਾਬੀ ਯੂਨੀਵਰਸਿਟੀ ਜਿਹੜੀ ਹੈਗੀ ਹੈ ਹੋਰਨਾਂ ਯੂਨੀਵਰਸਿਟੀਆਂ ਨਾਲੋਂ ਬਹੁਤ ਚਰਚਾ 'ਚ ਆ ਰਹੀ ਹੈ, ਕਿਉਂਕਿ ਇਸ ਸਮੇਂ ਉਹ ਵਿੱਤੀ ਸੰਕਟ ਦੇ ਵਿੱਚੋਂ ਗੁਜ਼ਰ ਰਹੀ ਹੈ, ਜਿੱਥੇ ਕਿ ਰੋਜ਼ਾਨਾ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਨੇ, ਜਿਸ ਦਾ ਯੂਨੀਵਰਸਿਟੀ ਦੇ ਵਿੱਦਿਅਕ ਮਾਹੌਲ 'ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ। ਵੀ ਸਾਡੇ ਦਰਸ਼ਕਾਂ ਨੂੰ ਇਹ ਦੱਸੋ ਵੀ ਕਿ ਯੂਨੀਵਰਸਿਟੀ ਦੇ ਵਿੱਚ ਇਹ ਜਿਹੜਾ ਵਿੱਤੀ ਸੰਕਟ ਹੈ ਇਹ ਕਿਵੇਂ ਪੈਦਾ ਹੋਇਆ, ਇਹਦੇ ਕੀ ਕਾਰਨ ਨੇ? ਆਤਿਸ਼, ਜਿਹੜੀ ਪੰਜਾਬੀ ਯੂਨੀਵਰਸਿਟੀ ਹੈ, ਇੱਕ ਤਾਂ ਇਹ ਹੈ ਕਿ ਸਾਡੀ ਬੜੀ ਪੰਜਾਬ ਦੀ ਪੁਰਾਣੀ ਯੂਨੀਵਰਸਿਟੀ ਹੈਗੀ ਹੈ ਕਿ ਦੂਸਰੀ ਯੂਨੀਵਰਸਿਟੀਆਂ ਚਾਹੇ PAU ਹੈ ਚਾਹੇ GNDU ਹੈ, ਉਹ ਬਾਅਦ 'ਚ ਹੋਂਦ 'ਚ ਆਈਆਂ ਨੇ। ਤਾਂ ਮੈਂ ਆਪਣੀ ਗੱਲ ਜਿਹੜੀ ਜਿਸ ਟਾਈਮ ਇਸ ਦੀ ਆਤਿਸ਼ ਸਥਾਪਨਾ ਹੋਈ ਸੀਗੀ, ਜਿਸ ਟਾਈਮ ਯੂਨੀਵਰਸਿਟੀ ਦਾ ਇਨੈਗੋਰੇਸ਼ਨ ਹੋਈ ਸੀ, ਤਾਂ ਉਸ ਟਾਈਮ ਦੇ ਸਾਡੇ ਜਿਹੜੇ ਪ੍ਰੈਜ਼ੀਡੈਂਟ ਹੈ ਡਾਕਟਰ ਰਾਧਾ ਕ੍ਰਿਸ਼ਨਨ ਜੀ ਆਏ ਸੀ ਅਤੇ ਸਾਡੇ ਚੀਫ ਮਿਨਿਸਟਰ ਹੁੰਦੇ ਸੀ ਪ੍ਰਤਾਪ ਸਿੰਘ ਕੈਰੋਂ। ਤਾਂ ਪ੍ਰਤਾਪ ਸਿੰਘ ਕੈਰੋਂ ਦਾ ਜਿਹੜਾ ਉਦਘਾਟਨੀ ਭਾਸ਼ਣ ਹੈ, ਉਹਦੀ ਮੈਂ ਇੱਕ ਗੱਲ ਸਾਂਝੀ ਕਰਕੇ ਇਹ ਗੱਲ ਨੂੰ ਆਪਣੀ ਨੂੰ ਤੋਰਾਂਗਾ ਅੱਗੇ। ਤਾਂ ਉਹਨਾਂ ਨੇ ਇਹ ਕਿਹਾ ਸੀਗਾ ਆਪਣੇ ਉਦਘਾਟਨੀ ਭਾਸ਼ਣ, ਜਿਸ ਟਾਈਮ ਯੂਨੀਵਰਸਿਟੀ ਦੇ ਵਿੱਚ ਉਸ ਟਾਈਮ ਪਟਿਆਲੇ, ਤੁਹਾਡੇ ਯਾਦ ਹੋਵੇਗਾ, ਸਾਨੂੰ ਦਰਸ਼ਕਾਂ ਨੂੰ ਪੁਰਾਣਿਆਂ ਨੂੰ ਪਤਾ ਹੋਵੇਗਾ ਇਸ ਗੱਲ ਦਾ, ਕਿ ਬਾਰਾਂਦਰੀ ਪੈਲਸ ਦੇ ਵਿੱਚ ਇਹਦਾ ਜਿਹੜਾ ਆਰਜੀ ਕੈਂਪਸ ਬਣਾਇਆ ਗਿਆ ਸੀ ਕਿ 1965 ਦੇ ਵਿੱਚ ਜਾ ਕੇ ਫਿਰ ਜਿਹੜਾ ਮੌਜੂਦਾ ਕੈਂਪਸ ਹੈ ਉੱਥੇ ਯੂਨੀਵਰਸਿਟੀ ਸ਼ਿਫਟ ਹੋਈ ਸੀ। ਤਾਂ ਪ੍ਰਤਾਪ ਸਿੰਘ ਕੈਰੋਂ ਹੋਰਾਂ ਨੇ ਉਸ ਟਾਈਮ ਉਦਘਾਟਨੀ ਭਾਸ਼ਣ ਦੇ ਵਿੱਚ ਇਹ ਗੱਲ ਕਹੀ ਸੀ ਕਿ ਸਾਡੀ ਜਿਹੜੀ ਮਾਂ ਬੋਲੀ ਹੈ ਪੰਜਾਬੀ ਹੈ, ਇਸ ਨੇ ਬੜੇ ਤੂਫਾਨ ਝੱਲੇ ਨੇ, ਇਸ ਨੇ ਬੜੇ ਬਾਬਰੋਲੇ ਦੇਖੇ ਨੇ, ਇਸ ਨੇ ਬੜੇ ਝੱਖੜ ਸਹੇ ਨੇ, ਅਤੇ ਇਹ ਤਲਵਾਰਾਂ, ਤੀਰਾਂ, ਨੇਜਿਆਂ ਦੀ ਗਾਥਾ ਗਾਉਂਦੀ ਹੋਈ ਜਿਹੜੀ ਹੈ, ਬੜੇ ਸੰਘਰਸ਼ਾਂ ਵਿੱਚੋਂ ਲੰਘ ਕੇ ਜਿਹੜੀ ਮਾਂ ਬੋਲੀ ਹੈ, ਉਹਨੂੰ ਅੱਜ ਆਪਣਾ ਇੱਕ ਘਰ ਮਿਲਿਆ, ਆਪਣਾ ਇੱਕ ਸਥਾਨ ਮਿਲਿਆ। ਤਾਂ ਜਿਹੜੀ ਮਾਂ ਬੋਲੀ ਨੂੰ ਕਿਸੇ ਟਾਈਮ ਸਾਡੀਆਂ ਸਰਕਾਰਾਂ ਨੇ ਜਾਂ ਇੱਕ ਸੰਘਰਸ਼ਾਂ ਦੇ ਰਿਜ਼ਲਟ ਵਜੋਂ ਇੱਕ ਜਨਮ ਸਥਾਨ ਮਿਲਿਆ ਸੀ, ਇੱਕ ਘਰ ਮਿਲਿਆ ਸੀ, ਤਾਂ ਉਸ ਘਰ ਦੇ ਵਿੱਚ ਅੱਜ ਬੜੀ ਇੱਕ ਉਦਾਸੀ ਜਾਂ ਨਮੋਸ਼ੀ ਛਾਈ ਹੋਈ ਹੈ। ਔਰ ਸਾਡੀਆਂ ਸਰਕਾਰਾਂ ਜਿਹੜੀਆਂ ਸਾਡੀ ਮਾਤ ਭਾਸ਼ਾ ਨੂੰ ਜਾਂ ਸਾਡੀ ਬੋਲੀ ਨੂੰ ਮੁੜ ਬੇਘਰ ਕਰਨ 'ਤੇ ਰੁੱਝੀਆਂ ਹੋਈਆਂ ਜਾਂ ਤੁਲੀਆਂ ਹੋਈਆਂ ਨੇ ਕਿ ਇਸ ਨੂੰ ਬੇਘਰ ਕਰ ਦਿੱਤਾ ਜਾਵੇ। ਤਾਂ ਵਰਲਡ ਦੇ ਵਿੱਚ ਆਤਿਸ਼, ਪੰਜਾਬੀ ਯੂਨੀਵਰਸਿਟੀ ਅਜਿਹੀ ਸੈਕੰਡ ਯੂਨੀਵਰਸਿਟੀ ਹੈ ਜਿਹਦਾ ਆਧਾਰ ਲੈਂਗੁਏਜ ਹੈ, ਭਾਸ਼ਾ ਦੇ ਆਧਾਰ 'ਤੇ ਯੂਨੀਵਰਸਿਟੀ ਬਣਾਈ ਗਈ ਹੈ। ਉਸ ਤੋਂ ਪਹਿਲਾਂ ਇਜ਼ਰਾਈਲ ਦੇ ਵਿੱਚ ਯੂਨੀਵਰਸਿਟੀ ਬਣੀ ਸੀ, ਜਿਹੜੀ ਭਾਸ਼ਾ ਹਿਬਰੂ ਯੂਨੀਵਰਸਿਟੀ ਹੈ, ਜਿਹੜੀ ਭਾਸ਼ਾ ਦੇ ਆਧਾਰ 'ਤੇ ਬਣਾਈ ਗਈ ਹੈ। ਤਾਂ ਇਹ ਕਿਹਾ ਜਾਂਦਾ ਹੈ ਕਿ ਇਜ਼ਰਾਈਲੀ ਲੋਕ ਸੀ ਜਿਹੜੇ, ਉਹਨਾਂ ਨੇ ਤਾਂ ਇੱਕ ਆਪਣੀ ਮਰੀ ਹੋਈ ਜਿਹੜੀ ਭਾਸ਼ਾ ਹੈ ਉਹਨੂੰ ਮੁੜ ਜਿਉਂਦੀ ਕਰ ਲਿਆ, ਜਾਂ ਉਹਦੇ ਵਿੱਚ ਮੁੜ ਜਾਨ ਪਾ ਲਈ, ਉਸ ਨੂੰ ਖੜਾ ਕਰ ਲਿਆ। ਅਤੇ ਉਲਟ ਸਾਡੀ ਜਿਹੜੀ ਮਾਂ ਬੋਲੀ ਦੇ ਆਧਾਰ 'ਤੇ ਯੂਨੀਵਰਸਿਟੀ ਖੜੀ ਹੋਈ ਸੀ, ਅਸੀਂ ਆਪਣੀਆਂ ਬੋਲੀਆਂ ਨੂੰ, ਜਿਉਂਦੀਆਂ ਬੋਲੀਆਂ ਨੂੰ, ਉਹਨਾਂ ਦੀ ਹਿਫਾਜ਼ਤ ਨਹੀਂ ਕਰ ਰਹੇ, ਉਹਨਾਂ ਨੂੰ ਅਸੀਂ ਮਾਰ ਰਹੇ ਹਾਂ, ਅਸੀਂ ਉਲਟਰਾ ਪਏ ਹੋਏ ਹਾਂ। ਤਾਂ ਜਿਸ ਤਰ੍ਹਾਂ ਪਹਿਲਾਂ ਭਾਸ਼ਾ ਵਿਭਾਗ ਕਿਸੇ ਵੇਲੇ ਬੜਾ ਮਜ਼ਬੂਤ ਹੁੰਦਾ ਸੀ, ਉਸ ਦਾ ਹਾਲ ਅੱਜ ਦੇਖ ਲਓ, ਤੁਹਾਡੇ ਸਾਹਮਣੇ ਹੈ ਇਹ ਕੀ ਹੈ। ਇਵੇਂ ਟੈਕਸਟ ਬੁੱਕ ਬੋਰਡ ਸੀਗਾ, ਉਹ ਪਤਾ ਨਹੀਂ ਲੱਗਿਆ ਹੁਣ ਕਿੱਧਰ ਚਲਾ ਗਿਆ, ਉਹ ਨਾਮੋ ਨਿਸ਼ਾਨ ਹੀ ਮਿਟ ਗਿਆ ਹੈਗਾ। ਅਤੇ ਹੁਣ ਸਾਡੇ ਕੋਲ ਭਾਸ਼ਾ ਦੇ ਆਧਾਰ 'ਤੇ ਤੀਜੀ ਜਿਹੜੀ ਸੰਸਥਾ ਹੈ ਜਾਂ ਪੁਰਾਣੀ ਸੰਸਥਾ ਹੈ, ਉਹ ਪੰਜਾਬੀ ਯੂਨੀਵਰਸਿਟੀ ਬਚਦੀ ਹੈ। ਤਾਂ ਇਸ ਨੂੰ ਬਚਾਉਣ ਦੀ ਲੋੜ ਹੈ। ਇਹ ਮਸਲਾ ਇਕੱਲੀ ਪੰਜਾਬੀ ਯੂਨੀਵਰਸਿਟੀ ਦਾ ਨਹੀਂ ਹੈਗਾ, ਕਿਉਂਕਿ ਇਹ ਬੜੀ ਤਰੱਦਦ ਦੇ ਨਾਲ ਕਿਸੇ ਸੰਘਰਸ਼ਾਂ ਦੇ ਵਿੱਚੋਂ ਨਿਕਲੀ ਹੋਈ ਯੂਨੀਵਰਸਿਟੀ ਹੈ। ਮੇਰੇ ਯਾਦ ਹੈ ਕਿ 1956 ਦੇ ਵਿੱਚ ਜਿਸ ਟਾਈਮ ਖੇਤਰੀ ਭਾਸ਼ਾਈ ਫਾਰਮੂਲਾ ਬਣਿਆ ਸੀ, ਅਤੇ ਉਹਦੇ ਵਿੱਚ ਗਿਆਨੀ ਕਰਤਾਰ ਸਿੰਘ ਮੈਂਬਰ ਹੁੰਦੇ ਸੀਗੇ। ਤਾਂ ਉਹਨਾਂ ਨੇ ਗੱਲ ਜ਼ੋਰਦਾਰ ਤਰੀਕੇ ਨਾਲ ਉਦੋਂ ਰੱਖੀ ਸੀਗੀ ਕਿ ਭਾਸ਼ਾ ਨੂੰ ਪ੍ਰਮੋਟ ਕਰਨ ਦੇ ਲਈ ਇੱਥੇ ਭਾਸ਼ਾ ਦੇ ਆਧਾਰ 'ਤੇ ਯੂਨੀਵਰਸਿਟੀ ਬਣਨੀ ਜ਼ਰੂਰੀ ਹੈ। ਅਤੇ ਆਤਿਸ਼, ਆਪਣੇ ਦਰਸ਼ਕਾਂ ਨਾਲ ਮੈਂ ਇਹ ਗੱਲ ਸਾਂਝੀ ਕਰਨਾ ਚਾਹੁੰਦਾ, ਬਹੁਤੇ ਤਾਂ ਭਲੀ ਭਾਂਤ ਜਾਣੂ ਹੈ ਇਸ ਗੱਲ ਤੋਂ, ਕਿ ਗਿਆਨੀ ਕਰਤਾਰ ਸਿੰਘ ਉਹ ਨੇਤਾ ਸੀ, ਉਹ ਆਗੂ ਸੀ, ਜਿਨ੍ਹਾਂ ਨੇ ਸਾਡੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸਿਆਸਤ 'ਚ ਲਿਆਂਦਾ ਸੀਗਾ। ਤਾਂ ਉਹਨਾਂ ਨੂੰ ਸਿਆਸਤ 'ਚ ਲਿਆਉਣ ਵਾਲਿਆਂ ਨੇ ਇੱਕ ਦਿਮਾਗ ਦੀ ਉਹਨਾਂ ਦੀ, ਜਾਂ ਉਹਨਾਂ ਦਾ ਇੱਕ ਬੜਾ ਕਹਿ ਲਈਏ ਕਿ ਆਪਣਾ ਰੀਝ ਸੀਗੀ ਕਿ ਇੱਥੇ ਭਾਸ਼ਾ ਦੇ ਆਧਾਰ 'ਤੇ ਬਣੇ। ਤਾਂ ਉਹ ਤਾਂ ਇਸ ਨੂੰ ਖੜੀ ਕਰਨ ਦੇ ਵਿੱਚ ਗਿਆਨੀ ਕਰਤਾਰ ਸਿੰਘ ਨੇ, ਜਾਂ ਆਪਾਂ ਕਹਿ ਦਈਏ ਕਿ ਵੱਡੇ ਬਾਦਲ ਸਾਹਿਬ ਜਿਹੜੇ ਗੁਰੂ ਸਾਹਿਬ ਸੀ, ਉਹਨਾਂ ਨੇ ਯੂਨੀਵਰਸਿਟੀ ਨੂੰ ਖੜੇ ਕਰਨ ਦੇ ਵਿੱਚ ਇੱਕ ਵੱਡਾ ਯੋਗਦਾਨ ਪਾਇਆ। ਪਰ ਇਸ ਯੂਨੀਵਰਸਿਟੀ ਨੂੰ ਮਾਰਨ ਦੇ ਵਿੱਚ ਜਿਹੜਾ ਵੱਡਾ ਯੋਗਦਾਨ ਪਾਇਆ, ਉਹ ਪਿਛਲੇ 10 ਸਾਲ ਦੇ ਵਿੱਚ, ਜਿਵੇਂ ਕਿਹਾ ਜਾਂਦਾ ਹੈ ਕਿ ਉਸ ਸਰਕਾਰ ਦੇ ਵਿੱਚ ਜਿਹੜੀ ਹੈਗੀ ਇੱਥੇ ਵੱਡੇ ਪੱਧਰ 'ਤੇ ਜਿਹੜੀ ਭਰਤੀ ਹੋਈ ਪਿਛਲੇ 10 ਸਾਲਾਂ ਦੇ ਵਿੱਚ, ਚਾਹੇ ਹੁਣ ਪਿਛਲੇ 3-4 ਸਾਲ ਤੋਂ ਇਹ ਭਰਤੀ ਰੁਕੀ ਹੈ,
ਪਰ ਉਦੋਂ ਜਿਹੜੇ ਸਾਡੇ ਸਰੋਤ ਹੈ ਉਹ ਦੱਸਦੇ ਨੇ ਕਿ ਅਲੱਗ-ਅਲੱਗ ਕੈਟਾਗਰੀ ਦੀਆਂ ਇੱਥੇ 1350 ਬੰਦਾ ਜਿਹੜਾ ਪਿਛਲਾ ਉਸ ਟਾਈਮ ਦਾ VC ਸੀ ਪ੍ਰੋਫੈਸਰ ਜਸਪਾਲ ਸਿੰਘ, ਉਹਨਾਂ ਨੇ ਭਰਤੀ ਕੀਤਾ। ਹੁਣ ਮੈਨੂੰ ਇਹ ਤਾਂ ਨਹੀਂ ਪਤਾ ਕਿ ਗਿਆਨੀ ਕਰਤਾਰ ਸਿੰਘ ਹੋਰਾਂ ਦੀ ਰੂਹ ਹੈ ਜਿਹੜੀ ਉਹ ਇਹ ਸਾਰਾ ਨਜ਼ਾਰਾ ਦੇਖ ਕੇ ਜਾਂ ਸਾਰੇ ਹਾਲਾਤ ਦੇਖ ਕੇ ਜਾਂ ਨਾਅਰੇ ਵੱਜਦੇ ਦੇਖ ਕੇ ਕਿੰਨੀ ਕੁ ਖੁਸ਼ ਹੋਊਗੀ ਜਾਂ ਆਪਣੇ ਚੇਲੇ 'ਤੇ ਕਿੰਨਾ ਕੁ ਮਾਣ ਕਰਦੀ ਹੋਏਗੀ। ਤਾਂ ਜਿਹੜੀ ਗੱਲ ਤੁਸੀਂ ਸ਼ੁਰੂ ਕੀਤੀ ਸੀ ਕਿ ਇਸ ਦੇ ਕਾਰਨ ਕੀ ਰਹੇ ਨੇ, ਤਾਂ ਮੋਟੇ ਤੌਰ 'ਤੇ ਦੇਖੀਏ ਤਾਂ ਪੰਜਾਬੀ ਯੂਨੀਵਰਸਿਟੀ ਦਾ ਇਸ ਵੇਲੇ ਦਾ ਜਿਹੜਾ ਬਜਟ ਹੈਗਾ ਉਹ 350 ਕਰੋੜ ਦਾ ਹੈਗਾ, ਅਤੇ ਉਹਦੇ ਵਿੱਚੋਂ ਜਿਹੜਾ ਕਾਫੀ ਪੋਰਸ਼ਨ ਹੈ 30 ਕਰੋੜ ਦੇ ਕਰੀਬ ਪਰ ਮੰਥ ਹੈ ਜਿਹੜਾ ਉਹ ਤਨਖਾਹਾਂ ਅਤੇ ਪੈਨਸ਼ਨਾਂ ਦੇ ਵਿੱਚ ਚਲਾ ਜਾਂਦਾ ਹੈਗਾ। ਅਤੇ ਪੰਜਾਬੀ ਯੂਨੀਵਰਸਿਟੀ 'ਤੇ ਬੜੀ ਵੱਡੇ ਮਾਲੀ ਬੋਝ ਹੈ, ਬੜਾ ਵੱਡਾ ਕਰਜ਼ਾ ਹੈ, ਤਕਰੀਬਨ 130 ਕਰੋੜ ਰੁਪਈਆ ਪੰਜਾਬੀ ਯੂਨੀਵਰਸਿਟੀ ਦੇ ਸਿਰ ਜਿਹੜਾ ਲੋਨ ਖੜਾ ਹੈ ਵੱਖ-ਵੱਖ ਬੈਂਕਾਂ ਦਾ, ਔਰ ਉਹਦਾ ਜਿਹੜਾ ਬਹੁਤ ਵੱਡਾ ਵਿਆਜ ਹੈ ਜਿਹੜਾ ਉਹ ਪੰਜਾਬੀ ਯੂਨੀਵਰਸਿਟੀ ਨੂੰ ਚੱਲਣਾ ਪੈ ਰਿਹਾ ਹੈ। ਅਤੇ ਇਹ ਤੋਂ ਬਿਨਾਂ ਰੈਗੂਲਰ ਜਿਹੜੀਆਂ ਤਨਖਾਹਾਂ ਹੋਈਆਂ, ਐਤਕੀ ਤਾਂ ਕੀ ਹੋਇਆ ਕਿ ਉੱਥੇ ਜਿਹੜੀ ਆਤਿਸ਼ ਪਿਛਲੇ ਜੁਲਾਈ ਮਹੀਨੇ ਦੀ ਤਨਖਾਹ ਸੀ ਉਹ ਹੁਣ ਦਿੱਤੀ ਜਾ ਚੁੱਕੀ, ਹੁਣੇ ਪਿੱਛੇ ਦਿੱਤੀ ਹੈਗੀ ਹੈ। ਅਤੇ ਸਾਡੇ ਫਾਈਨਾਂਸ ਮਿਨਿਸਟਰ ਨੇ ਪਿੱਛੇ ਜਦੋਂ VC ਸਾਹਿਬ ਮਿਲੇ ਸੀ ਮੌਜੂਦਾ, ਤਾਂ ਉਹਨਾਂ ਨੇ 20 ਕਰੋੜ ਰੁਪਈਆ ਯੂਨੀਵਰਸਿਟੀ ਨੂੰ ਦੇਣ ਦਾ ਫੈਸਲਾ ਕੀਤਾ, ਸ਼ਾਇਦ ਉਹ ਮਿਲ ਗਿਆ ਅਤੇ ਇਹ ਤਨਖਾਹਾਂ ਦਿੱਤੀਆਂ ਜਾ ਸਕੀਆਂ ਨੇ। ਅੱਗੇ ਅਗਸਤ ਮਹੀਨੇ ਦੀ ਤਨਖਾਹ ਤਾਂ ਹੁਣ ਪਤਾ ਨਹੀਂ ਕਿ ਕੀ ਬਣੇਗਾ, ਇਹ ਚਲੋ ਭਵਿੱਖ ਦੇ ਹੱਥ ਹੈ। ਪਹਿਲਾਂ ਕੀ ਹੁੰਦਾ ਸੀ ਆਤਿਸ਼ ਕਿ ਸਾਡੀਆਂ ਗੌਰਮੈਂਟ ਹੈ ਜਿਹੜੀ ਕਿਉਂਕਿ ਇਹਨੂੰ ਅਸੀਂ ਇੰਸਟੀਟਿਊਸ਼ਨ ਨਾ ਦੇਖੋ ਕਿ ਇੱਕ ਯੂਨੀਵਰਸਿਟੀ ਹੈ, ਚਾਹੇ ਉਹ UGC ਦੇ ਨੋਰਮ ਦੇ ਅਕੋਰਡਿੰਗ ਇੱਕ ਆਟੋਨਮਸ ਇੰਸਟੀਟਿਊਸ਼ਨ ਹੈਗੀ ਹੈ, ਪਰ ਇਹਦੇ ਲਈ ਸਰਕਾਰਾਂ ਦਾ ਵੀ ਇੱਕ ਫਰਜ਼ ਹੈ ਅਖਲਾਕੀ ਤੌਰ 'ਤੇ ਬਣਦਾ ਕਿ ਇਸ ਦੀ ਮਦਦ ਕੀਤੀ ਜਾਵੇ। ਔਰ 92 ਤੱਕ ਜਿਹੜੀਆਂ ਸਾਡੀਆਂ ਗੌਰਮੈਂਟਸ ਹੈਗੀਆਂ ਨੇ ਉਹਨਾਂ ਨੇ ਬਾਂਹ ਫੜੀ ਬਕਾਇਦਾ ਇਹਦੀ, ਇਸ ਨੂੰ ਜਿਹੜਾ 95% ਤੋਂ ਉੱਪਰ ਹੈ ਜਿਹੜੀ ਇਮਦਾਦ ਹੈ ਯੂਨੀਵਰਸਿਟੀ ਨੂੰ ਉਹ ਗੌਰਮੈਂਟ ਦੀ ਤਰਫ ਤੋਂ ਮਿਲਦੀ ਰਹੀ ਹੈ। ਪਰ ਪਿੱਛੇ ਆ ਕੇ ਸਰਕਾਰਾਂ ਨੇ ਪਤਾ ਨਹੀਂ ਕੀ ਹੋਇਆ ਕਿ ਹੱਥ ਖਿੱਚਣੇ ਸ਼ੁਰੂ ਕਰ ਦਿੱਤੇ ਕਿ ਹੌਲੀ ਹੌਲੀ ਉਹ ਗ੍ਰਾਂਟ ਹੈ ਜਿਹੜੀ ਘਟਾਉਣੀ ਸ਼ੁਰੂ ਕਰ ਦਿੱਤੀ ਹੈ, ਅਤੇ ਅਲਟੀਮੇਟਲੀ ਇਹ ਬੜੀ ਫਿਰ ਤਾਂ ਉੱਕਾ ਪੁੱਕਾ ਦੇਣੀ ਸ਼ੁਰੂ ਕਰ ਦਿੱਤੀ ਹੈ। ਜਿਵੇਂ ਕਹਿੰਦੇ ਨੇ ਕਿ ਦੱਸਿਆ ਜਾ ਰਿਹਾ ਕਿ 44-45 ਕਰੋੜ ਰੁਪਈਆ ਹੀ ਸਾਲਾਨਾ ਦੇਣ ਲੱਗ ਗਈ ਸਰਕਾਰਾਂ, ਪਰ ਉੱਥੋਂ ਦੇ ਜਿਹੜੇ ਵਿੱਤ ਵਿਭਾਗ ਨੂੰ ਦੇਖਦੇ ਨੇ, ਮੇਰੀ ਉਹਨਾਂ ਨਾਲ ਗੱਲ ਵੀ ਹੋਈ ਤਾਂ ਉਹਨਾਂ ਨੇ ਦੱਸਿਆ ਕਿ ਸਾਨੂੰ 100 ਕਰੋੜ ਰੁਪਈਆ ਗੌਰਮੈਂਟ ਦਿੰਦੀ ਹੈ ਅਤੇ ਸਾਲਾਨਾ ਦਿੰਦੀ ਹੈ, ਪਰ ਹੁਣ ਪਿੱਛੇ ਜੇ ਉਹਨਾਂ ਨੇ ਉਹ ਵੀ ਥੋੜ੍ਹਾ ਕਿਸ਼ਤਾਂ 'ਚ ਦੇਣਾ ਸ਼ੁਰੂ ਕਰ ਦਿੱਤਾ। ਤਾਂ ਲੋੜ ਤਾਂ ਇਸ ਗੱਲ ਦੀ ਕਿ ਇਸ ਚੀਜ਼ ਨੂੰ ਹੁਣ ਉਸ 'ਚੋਂ ਕੱਢਣ ਦੇ ਲਈ ਗੌਰਮੈਂਟ ਦੀ ਇਮਦਾਦ ਦੀ ਯੂਨੀਵਰਸਿਟੀ ਨੂੰ ਜ਼ਿਆਦਾ ਲੋੜ ਮਹਿਸੂਸ ਹੁੰਦੀ ਹੈ। ਪਰ ਉਹਦਾ ਕਾਰਨ ਕੀ ਬਣਿਆ ਕਿ ਪਿੱਛੇ ਜੇ ਕਿ ਇੱਕ ਤਾਂ ਪਿਛਲੇ ਟਾਈਮ ਦੇ ਵਿੱਚ ਭਰਤੀ ਬਹੁਤ ਜ਼ਿਆਦਾ ਹੋ ਗਈ ਜਿਹੜਾ ਕਹਿ ਰਿਹਾ, ਦੂਸਰਾ ਆਪਣੇ ਗੌਰਮੈਂਟ ਨੇ ਵੀ ਹੱਥ ਪਿੱਛੇ ਖਿੱਚ ਲਏ, ਜਿੰਨੀ ਹੈਲਪ ਦੇਣੀ ਸੀ ਫਾਈਨੈਂਸ਼ੀਅਲੀ ਉਹ ਦਿੱਤੀ ਨਹੀਂ ਗਈ। ਉਸ ਤੋਂ ਬਿਨਾਂ ਜਿਹੜੀ ਯੂਨੀਵਰਸਿਟੀ ਦੇ ਕਾਫੀ ਨੇਬਰਹੁੱਡ ਅਤੇ ਜਿਹੜੇ ਕਾਲਜ ਨੇ ਉਹ ਕਾਫੀ ਖੁੱਲ੍ਹ ਗਏ ਨੇ 11-12 ਦੇ, ਅਤੇ ਦੂਸਰੀ ਤਰਫ ਜਿਹੜੀ ਇਨਰੋਲਮੈਂਟ ਹੈ ਕਾਲਜਾਂ ਦੀ ਜਾਂ ਯੂਨੀਵਰਸਿਟੀ ਦੀ, ਖਾਸ ਕਰਕੇ ਜਿਸ ਤਰ੍ਹਾਂ ਇੰਜੀਨੀਅਰਿੰਗ ਦਾ ਤਾਂ ਸਾਰੇ ਕਿਤੇ ਇੱਕੋ ਜਿਹਾ ਹੀ ਹਾਲ ਹੈ, ਅਤੇ ਉਹ ਕਾਫੀ ਘਟ ਗਈ ਹੈਗੀ ਹੈ। ਅਤੇ ਇਵੇਂ ਜਿਵੇਂ ਜਿਹੜਾ ਸਕੋਲਰਸ਼ਿਪ ਸਕੀਮ ਸੀ, ਕਿਉਂਕਿ ਬਹੁਤ ਸਾਰੇ ਅਦਾਰੇ ਆ ਜਿਹੜੇ ਗੌਰਮੈਂਟ ਦੇ ਸਕੋਲਰਸ਼ਿਪ ਦੇ ਤਹਿਤ ਬਚੇ ਹੋਏ ਸੀ, ਉਹਦੇ ਨਾਲ ਵੀ ਯੂਨੀਵਰਸਿਟੀ ਨੂੰ ਇੱਕ ਬਹੁਤ ਵੱਡੀ ਢਾਲ ਲੱਗੀ ਹੈ। ਸੋ ਇਹ 3-4 ਰੀਜ਼ਨ ਹੈਗੇ ਇਸ ਕਿਸਮ ਦੇ ਕਿ ਭਰਤੀ ਦਾ ਵੱਧ ਹੋ ਜਾਣਾ, ਗੌਰਮੈਂਟ ਦਾ ਹੱਥ ਪਿੱਛੇ ਖਿੱਚ ਲੈਣਾ, ਇਨਰੋਲਮੈਂਟ ਦਾ ਘਟ ਜਾਣਾ, ਸਕੋਲਰਸ਼ਿਪ ਸਕੀਮ ਦਾ ਜਿਹੜਾ ਉਹ ਗੌਰਮੈਂਟ ਦੀ ਦਾ ਉਹ ਬੰਦ ਹੋ ਜਾਣਾ। ਕਿਉਂਕਿ ਇਹ ਜਦੋਂ ਸਾਡੀ ਯੂਨੀਵਰਸਿਟੀ ਬਣ ਰਹੀ ਸੀ ਨਾ 1964-65 ਦੇ ਵਿੱਚ, ਜਦੋਂ ਇਹਦਾ ਇੱਧਰਲੇ 65 ਦੇ ਵਿੱਚ ਕੈਂਪਸ ਇੱਧਰ ਆਇਆ, ਤਾਂ ਉਸ ਟਾਈਮ ਕੁਰੂਕਸ਼ੇਤਰ ਯੂਨੀਵਰਸਿਟੀ ਵੀ ਇਸ ਤੋਂ ਪਹਿਲਾਂ ਥੋੜ੍ਹੀ ਬਣ ਰਹੀ ਸੀ। ਤਾਂ ਉਸ ਟਾਈਮ ਵੀ ਇਹ ਚਰਚਾ ਚੱਲਦੀ ਹੁੰਦੀ ਸੀ ਕਿ ਸਰਕਾਰਾਂ ਜਿਹੜੀਆਂ ਉਹਨਾਂ ਨੂੰ ਕੁਰੂਕਸ਼ੇਤਰ ਯੂਨੀਵਰਸਿਟੀ ਦਾ ਜ਼ਿਆਦਾ ਮੋਹ ਆਉਂਦਾ ਹੈ, ਪੰਜਾਬੀ ਯੂਨੀਵਰਸਿਟੀ ਦਾ ਨਹੀਂ ਆਉਂਦਾ। ਉਦੋਂ ਇੱਕ ਗ੍ਰਾਂਟ ਜਾਰੀ ਹੋਈ ਸੀ ਕਿਉਂਕਿ ਉਸ ਟਾਈਮ ਇਹਨਾਂ ਨੂੰ ਐਸਟੈਬਲਿਸ਼ਮੈਂਟ ਵੇਲੇ ਇੱਕ ਨਾ ਇਹਨਾਂ ਦੀ ਇੱਕ ਐਜੂਕੇਸ਼ਨ ਸੈਸ ਲਾਇਆ ਗਿਆ ਸੀਗਾ, ਅਤੇ ਸੈਸ ਦੇ ਵਿੱਚੋਂ ਜਿਹੜਾ ਮੇਜਰ ਪੋਰਸ਼ਨ ਸੀ 77 ਲੱਖ ਰੁਪਇਆ ਜਿਹੜਾ ਕੁਰੂਕਸ਼ੇਤਰ ਯੂਨੀਵਰਸਿਟੀ ਨੂੰ ਜਾਰੀ ਕਰ ਦਿੱਤਾ, ਅਤੇ 44-45 ਲੱਖ ਦੇ ਕਰੀਬ ਜਿਹੜਾ ਪੰਜਾਬੀ ਯੂਨੀਵਰਸਿਟੀ ਨੂੰ ਜਾਰੀ ਕਰ ਦਿੱਤਾ। ਅਤੇ ਉਸ ਟਾਈਮ ਇਹ ਰੌਲਾ ਪਿਆ ਸੀ ਕਿ ਇਹ ਭੇਦਭਾਵ ਹੈ ਜਿਹੜਾ ਨਹੀਂ ਹੋਣਾ ਚਾਹੀਦਾ, ਅਤੇ ਹੁਣ ਵੀ ਸਰਕਾਰਾਂ ਨੂੰ ਸੋਚਣਾ ਚਾਹੀਦਾ ਕਿ ਇਸ ਕਿਸਮ ਦੀ ਵਿਤਕਰੇਬਾਜ਼ੀ ਬੰਦ ਕਰਕੇ ਉਹਨਾਂ ਦੀ ਮਦਦ ਕੀਤੀ ਜਾਵੇ। ਇਹ ਤਾਂ ਸੀਗੀ ਜੀ ਯੂਨੀਵਰਸਿਟੀ ਦੇ ਵਿੱਤੀ ਸੰਕਟ ਦੀ ਗੱਲ। ਜੇ ਆਪਾਂ ਗੱਲ ਕਰੀਏ ਵੀ ਕਿ ਪੰਜਾਬੀ ਯੂਨੀਵਰਸਿਟੀ ਦਾ ਇਤਿਹਾਸ ਹੈ ਜਿਹੜਾ ਬਹੁਤ ਚੰਗਾ ਰਿਹਾ, ਇਹਨੇ ਵਿਸ਼ਵ ਦੀਆਂ ਜਿਹੜੀ ਬਹੁਤ ਵੱਡੀਆਂ ਹਸਤੀਆਂ ਪੰਜਾਬੀ ਯੂਨੀਵਰਸਿਟੀ ਨੇ ਪੈਦਾ ਕੀਤੀਆਂ, ਵੀ ਕਿ ਤੁਸੀਂ ਉਚੇਰੀ ਸਿੱਖਿਆ ਦੇ ਖੇਤਰ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਦਾ ਜਿਹੜਾ ਰੋਲ ਹੈ ਉਹਨੂੰ ਕਿਵੇਂ ਦੇਖਦੇ? ਆਤਿਸ਼, ਕਿਉਂਕਿ ਪੰਜਾਬੀ ਯੂਨੀਵਰਸਿਟੀ ਦਾ ਮੈਂ ਖੁਦ ਵੀ ਸਟੂਡੈਂਟ ਰਿਹਾ, ਤਕਰੀਬਨ ਮੈਂ 7-8 ਸਾਲ ਪੰਜਾਬੀ ਯੂਨੀਵਰਸਿਟੀ ਪੜ੍ਹਿਆ, ਅਤੇ ਮੈਂ ਵੀ ਵਾਚ ਕਰਦਾ ਨੇ ਜਾਂ ਸਾਡੇ ਸੀਨੀਅਰ, ਜਾਂ ਉਸ ਤੋਂ ਬਾਅਦ ਮੈਂ ਕਾਫੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਨਾਲ ਇਨ ਟੱਚ ਰਿਹਾ ਹੈਗਾ। ਅਤੇ ਇਹ ਮਾਲਵਾ ਖਿੱਤੇ ਦੇ ਵਿੱਚ ਤਾਂ ਸਾਡੇ ਇਹ ਕਿਹਾ ਜਾਂਦਾ ਸੀ ਕਿ ਜਿਹੜੀ ਪੰਜਾਬੀ ਯੂਨੀਵਰਸਿਟੀ ਆ ਉਹ ਮਾਲਵੇ ਦੀ ਪੱਗ ਹੈ, ਕਿਉਂਕਿ ਮਾਲਵਾ ਪਛੜਿਆ ਸੀ, ਖਾਸ ਕਰਕੇ ਜਿਹੜੇ ਬਠਿੰਡਾ ਮਾਨਸਾ, ਜਿਵੇਂ ਬਾਇਆ ਬਠਿੰਡਾ ਦਾ ਇੱਕ ਮਿਹਣਾ ਮਾਰਿਆ ਜਾਂਦਾ ਸੀਗਾ ਕਿ ਕਿਉਂਕਿ ਗਿਆਨੀ ਹੁੰਦੀ ਸੀ ਉਦੋਂ ਕਿ ਲੋਕ ਪੜ੍ਹਦੇ ਨਹੀਂ ਸੀ, ਪੜ੍ਹਦੇ ਤਾਂ ਕੀ ਪੜ੍ਹਨ ਤੋਂ ਡਰਦੇ ਸੀਗੇ,
ਤੇ ਉਚੇਰੀ ਸਿੱਖਿਆ ਦਾ ਕੋਈ ਪ੍ਰਬੰਧ ਨਹੀਂ ਸੀ। ਜੇ ਉਚੇਰੀ ਸਿੱਖਿਆ ਦੇ ਵਿੱਚ ਜਿਹੜਾ ਪੰਜਾਬੀ ਯੂਨੀਵਰਸਿਟੀ ਇੱਕ ਵੱਡਾ ਮੀਲ ਪੱਥਰ ਸੀ। ਭਾਵੇਂ ਉਸ ਤੋਂ ਪਹਿਲਾਂ ਸਾਡੇ ਕੋਲੇ ਕੁਝ ਵਿਰਾਸਤੀ ਕਾਲਜ ਸੀ, ਜਿਵੇਂ ਸਾਡਾ ਇਹ ਆ ਗਿਆ ਤੁਹਾਡਾ ਫਰੀਦਕੋਟ ਵਾਲਾ ਕਾਲਜ ਆ ਗਿਆ, ਬਠਿੰਡੇ ਵਾਲਾ ਰਜਿੰਦਰਾ ਕਾਲਜ ਆ ਗਿਆ, ਸੰਗਰੂਰ ਵਾਲਾ ਰਣਵੀਰ ਕਾਲਜ ਆ ਗਿਆ, ਪਟਿਆਲੇ ਵਾਲਾ ਮਹਿੰਦਰਾ ਕਾਲਜ ਆ ਗਿਆ। ਪਰ ਉਚੇਰੀ ਸਿੱਖਿਆ ਦੇ ਵਿੱਚ ਕੋਈ ਐਡੇ ਵੱਡੇ ਪ੍ਰਬੰਧ ਨਹੀਂ ਸੀ। ਸਾਡੇ ਤਾਂ ਮਾਲਵੇ ਦੇ ਵਿੱਚ ਤਾਂ ਕੁੜੀਆਂ ਨੂੰ ਉਸ ਟਾਈਮ ਸਕੂਲੋਂ ਕਾਲਜ 'ਚ ਨਹੀਂ ਭੇਜਿਆ ਜਾਂਦਾ ਹੁੰਦਾ, ਯੂਨੀਵਰਸਿਟੀ 'ਚ ਉਸ ਟਾਈਮ ਕੋਈ ਹੈ ਵੀ ਨਹੀਂ ਸੀਗੀ। ਤਾਂ ਇਹ ਯੂਨੀਵਰਸਿਟੀ ਨੇ ਇੱਕ ਪੂਰੀ ਪੀੜ੍ਹੀ ਨੂੰ ਉਸ ਟਾਈਮ ਦੀ ਨੂੰ ਪੈਰਾਂ ਸਿਰ ਕਰਤਾ, ਘੱਟੋ ਘੱਟ ਉਹਨਾਂ ਨੂੰ ਉਚੇਰੀ ਸਿੱਖਿਆ ਵਾਲੇ ਰਾਹ 'ਤੇ ਤੋਰ ਦਿੱਤਾ। ਮਤਲਬ ਇੱਕ ਤਾਂ ਇਹਦੀ ਖੂਬਸੂਰਤੀ ਯੂਨੀਵਰਸਿਟੀ ਦੀ ਇਹ ਆਤਿਸ਼ ਕਿ ਯੂਨੀਵਰਸਿਟੀ ਇਹ ਰੂਰਲ ਨੂੰ ਅਬਜ਼ਰਵ ਕਰਦੀ ਹੈ ਕਿ ਪੇਂਡੂ ਮੁੰਡੇ ਖਾਸ ਕਰਕੇ ਦੇਖੋ ਜਿਹੜੇ ਅਦਾਰੇ 'ਚ ਤੁਸੀਂ ਰਹਿਣਾ ਹੁੰਦਾ, ਇੰਸਟੀਟਿਊਸ਼ਨ 'ਚ ਰਹਿਣਾ ਹੁੰਦਾ, ਤੁਹਾਨੂੰ ਇੱਕ ਉੱਥੇ ਇੱਕ ਮਾਹੌਲ ਕਿਹੋ ਜਿਹਾ ਉਹ ਜ਼ਿਆਦਾ ਮੈਟਰ ਕਰਦਾ ਹੈਗਾ। ਹੁਣ ਜੇ ਬਠਿੰਡੇ ਮਾਨਸਾ ਦਾ ਉਹਨਾਂ ਦਿਨਾਂ ਦੀ ਗੱਲ ਕਰੀਏ, ਜੇ ਚੰਡੀਗੜ੍ਹ ਮੁੰਡਾ ਪੜ੍ਹਨ ਆਉਂਦਾ ਸੀ ਤਾਂ ਉਹ ਹੀਨਤਾ ਮਹਿਸੂਸ ਕਰਦਾ ਸੀ, ਇਨਫੀਰੀਟੀ ਕੰਪਲੈਕਸ ਸੀਗਾ ਉਹਦੇ ਵਿੱਚ। ਤਾਂ ਇਹ ਯੂਨੀਵਰਸਿਟੀ ਵਿੱਚ ਇਦਾਂ ਦਾ ਕੋਈ ਨਹੀਂ ਸੀ। ਉੱਥੇ ਕੁੜਤੇ ਪਜਾਮੇ ਵਾਲੇ ਮੁੰਡੇ ਵੀ ਜ਼ਿਆਦਾ ਹੁੰਦੇ ਸੀਗੇ ਤੇ ਕਦੇ ਕੋਈ ਹੀਨ ਭਾਵਨਾ ਨਹੀਂ ਸੀ ਹੁੰਦੀ। ਅੱਜ ਵੀ ਉਹ ਮਾਹੌਲ ਹੈ, ਉਸ ਕਿਸਮ ਦਾ ਹੀ ਮਾਹੌਲ ਕਿਸੇ ਨਾ ਕਿਸੇ ਰੂਪ ਦੇ ਵਿੱਚ ਹੋ ਸਕਦਾ ਅੱਜ ਵੀ ਦੇਖਣ ਨੂੰ ਮਿਲਦਾ ਹੋਵੇ। ਤਾਂ ਇੱਕ ਉਹਦਾ ਮਾਹੌਲ ਐਜੂਕੇਸ਼ਨ ਦੇ ਐਂਗਲ ਤੋਂ ਵਧੀਆ ਸੀਗਾ। ਇੱਕ ਉਹਦਾ ਕੀ ਸੀ ਕਿ ਜਿਹੜਾ ਮੀਡੀਅਮ ਸੀਗਾ ਗ੍ਰੈਜੂਏਸ਼ਨ ਦਾ ਜਾਂ ਉੱਪਰ ਜਿਹੜੇ ਪੋਸਟ ਗ੍ਰੈਜੂਏਟ ਕੋਰਸ ਜਿੰਨੀਆਂ ਵੀ ਸ਼ੁਰੂ ਹੋਏ, MA ਸ਼ੁਰੂ ਹੋਈਆਂ, ਸਾਰੀਆਂ ਸੀ ਤਕਰੀਬਨ ਸਾਰਿਆਂ ਦਾ ਮੀਡੀਅਮ ਵੀ ਪੰਜਾਬੀ ਸੀ, ਜਿਸ ਕਰਕੇ ਸਾਰਾ ਮਾਲਵੇ ਲਈ ਤਾਂ ਬੜਾ ਵਰਦਾਨ ਸਾਬਤ ਹੋਇਆ। ਮਾਲਵੇ ਨੂੰ ਤਾਂ ਇਹ ਅੰਮ੍ਰਿਤ ਆਪਣਾ ਆਤਿਸ਼ੇ ਘਿਓ ਵਾਂਗੂ ਲੱਗਿਆ। ਬਿਲਕੁਲ। ਤੇ ਸਾਡੇ ਮੁੰਡੇ ਜਿਹੜੇ ਮਾਲਵੇ ਦੇ ਬਹੁਤੇ ਖਾਸ ਕਰਕੇ ਤੁਸੀਂ ਲਾ ਲਓ ਫਰੀਦਕੋਟ, ਬਠਿੰਡਾ ਬਿਲਕੁਲ ਟੇਲ ਤੇ ਪੈ ਜਾਂਦਾ। ਉਦੋਂ ਅਗਲੇ ਜਿਹੜੇ ਹੈਗੇ ਵੋਰ ਫਾਜ਼ਿਲਕਾ ਵਾਲੇ, ਮੁਕਤਸਰ ਵਾਲੇ, ਇਹ ਪੰਜਾਬ ਯੂਨੀਵਰਸਿਟੀ ਜਾਂਦੇ ਰਹੇ ਨੇ। ਤੇ ਜਿਹੜਾ ਰੂਰਲ ਇਲਾਕਾ ਸੀ ਉਸ ਦੇ ਵਿੱਚ ਤਾਂ ਇਸ ਦਾ ਬਹੁਤ ਵੱਡਾ ਕੰਟਰੀਬਿਊਸ਼ਨ ਰਿਹਾ ਤੇ ਬੜਾ ਵਧੀਆ ਇਹਦਾ ਇਤਿਹਾਸ ਰਿਹਾ ਪੰਜਾਬੀ ਯੂਨੀਵਰਸਿਟੀ ਦਾ। ਜਿਵੇਂ ਤੁਸੀਂ ਕਹਿ ਰਹੇ ਹੋ ਵੱਡੀਆਂ ਹਸਤੀਆਂ ਨੂੰ ਇਹਨੇ ਜਨਮ ਦਿੱਤਾ ਹੈ। ਜਿਵੇਂ ਆਪਾਂ ਗੱਲ ਕਰੀਏ ਤਾਂ ਇਹਦੀ ਯੁਵਕ ਸੇਵਾਵਾਂ ਵਿਭਾਗ ਦੀ ਇਹਦਾ ਉਹ ਬੜਾ ਮਜ਼ਬੂਤ ਰਿਹਾ। ਗੁਰਦਾਸ ਮਾਨ ਜਿਹੜੀ ਹੈਗੀ ਉਹ ਪੰਜਾਬੀ ਯੂਨੀਵਰਸਿਟੀ ਦੀ ਪ੍ਰੋਡਕਟ ਹੈਗੀ ਹੈ। ਯੁਵਕ ਮੇਲਿਆਂ ਦੇ ਵਿੱਚ ਬਿੰਦ ਰਖੀਆ ਗਾਉਂਦਾ ਜਿਹੜਾ ਗਾਇਕ ਬਣਿਆ ਸੀਗਾ। ਭਗਵੰਤ ਮਾਨ ਇਹਦੇ ਯੁਵਕ ਮੇਲਿਆਂ ਦੀ ਪੈਦਾਇਸ਼ ਹੈਗਾ। ਤੇ ਇਵੇਂ ਜਿਵੇਂ ਪੰਮੀ ਬਾਈ ਹੈ ਉਹ ਇਹਦੀ ਪੈਦਾਇਸ਼ ਹੈ। ਇਹ ਸਾਰੇ ਪੁਰਾਣੇ ਜਿਹੜੇ ਯੁਵਕ ਸੇਵਾਵਾਂ ਨਾਲ ਡਿਪਾਰਟਮੈਂਟ ਨਾਲ ਜੁੜੇ ਹੋਏ ਸੀ ਪੰਜਾਬੀ ਯੂਨੀਵਰਸਿਟੀ ਦੇ ਨਾਲ। ਥੀਏਟਰ ਡਿਪਾਰਟਮੈਂਟ ਦੇ ਵਿੱਚ ਬੜੇ ਰਾਜ ਬੱਬਰ ਕਿਸੇ ਵੇਲੇ ਇੱਥੇ ਪੜ੍ਹਦਾ ਰਿਹਾ ਹੈਗਾ ਤੇ ਬਲਵੰਤ ਗਰਗ ਜੀ ਵਿਜ਼ਿਟਿੰਗ ਪ੍ਰੋਫੈਸਰ ਰਹੇ ਨੇ ਇਸ ਥੀਏਟਰ ਡਿਪਾਰਟਮੈਂਟ ਦੇ ਵਿੱਚ ਤੇ ਨਵਨਿੰਦਰਾ ਬਹਿਲ ਹੋਏ ਨੇ, ਹੈ ਨਾ। ਤੇ ਹੋਰ ਵੱਡੀਆਂ ਹਸਤੀਆਂ ਨੇ। ਜੇ ਨਵਿਆਂ 'ਚੋਂ ਆਪਾਂ ਨਾਂ ਲੈਣਾ ਹੋਵੇ, ਪੁਰਾਣਿਆਂ 'ਚੋਂ ਸੁਨੀਤਾ ਧੀਰ ਹੈਗੇ ਨੇ, ਉਹ ਇਸ ਡਿਪਾਰਟਮੈਂਟ 'ਚ ਰਹੇ ਨੇ। ਤੇ ਜੇ ਆਪਾਂ ਅੱਜ ਦੀ ਗੱਲ ਕਰੀਏ ਤਾਂ ਅੱਜ ਜਿਹੜੇ ਸਾਡੇ ਪੰਜਾਬੀ ਫਿਲਮਾਂ ਦੇ ਵਿੱਚ ਹੈਗੇ ਨੇ, ਬਿੰਨੂ ਢਿੱਲੋਂ ਹੋਇਆ, ਰਾਣਾ ਰਣਵੀਰ ਹੋਇਆ, ਤੇ ਸਾਡੇ ਕਰਮਜੀਤ ਅਨਮੋਲ ਹੋਇਆ, ਬਲਕਰਨ ਹੋਇਆ, ਇਹ ਸਾਰੇ ਜਾਂ ਸਾਡੇ ਹੁਣ ਉੱਥੇ ਮਾਨਸਾ ਦੇ ਬਹੁਤ ਮੁੰਡੇ ਹੈਗੇ ਨੇ, ਲੱਖਾ ਲਹਿਰੀ ਜੀ ਉੱਥੇ ਹੈਗੇ ਨੇ ਇਸ ਵੇਲੇ, ਹੈ ਨਾ। ਬਹੁਤ ਜਿਹੜੇ ਇੱਥੋਂ ਦੀ ਬਹੁਤ ਪ੍ਰੋਡਕਟ ਹੈਗੇ ਨੇ। ਥੀਏਟਰ ਡਿਪਾਰਟਮੈਂਟ ਨੇ ਬਹੁਤ ਹਸਤੀਆਂ ਜਿਹੜੀਆਂ ਪੈਦਾ ਕੀਤੀਆਂ। ਸਪੋਰਟਸ ਦੇ ਵਿੱਚ ਦੇਖ ਲਓ ਤੁਸੀਂ, ਜਿਹੜੀ ਮਾਕਾ ਟਰੋਫੀ ਹੈਗੀ ਹੈ ਜਿਹੜੀ ਦਿੰਦੇ ਹੈਗੇ ਆ ਸਾਰੀਆਂ ਯੂਨੀਵਰਸਿਟੀ ਨੈਸ਼ਨਲ ਲੈਵਲ 'ਤੇ 7-8 ਸਾਲ ਤੋਂ ਜਿਹੜਾ ਪੰਜਾਬੀ ਯੂਨੀਵਰਸਿਟੀ ਜਿੱਤਦੀ ਰਹੀ ਲਗਾਤਾਰ ਜਿੱਤੀ ਹੈ ਇਸਨੇ। ਇਹ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈਗੀ ਹੈ। ਇਸ ਤਰ੍ਹਾਂ ਸਾਹਿਤ ਦੇ ਖੇਤਰ ਦੇ ਵਿੱਚ, ਕਿਉਂਕਿ ਤਾਂ ਯੂਨੀਵਰਸਿਟੀ ਬਣੀ ਹੋਈ ਇਸ ਕਰਕੇ ਸੀ ਕਿ ਇਸਨੇ ਸਾਹਿਤ ਨੂੰ, ਭਾਸ਼ਾ ਨੂੰ, ਕਲਚਰ ਨੂੰ ਪ੍ਰਮੋਟ ਕਰਨਾ ਹੈ। ਤੇ ਸਾਹਿਤ ਦੇ ਖੇਤਰ ਦੇ ਵਿੱਚ ਸਾਡੇ ਕੋਲੇ ਜਿੰਨੇ ਸਾਹਿਤ ਅਕੈਡਮੀ ਅਵਾਰਡ ਜੇਤੂ ਕਿੰਨੇ ਇੱਥੇ ਰਹੇ, ਪ੍ਰੋਫੈਸਰ ਅਜਮੇਰ ਸਿੰਘ ਔਲਖ, ਜਸਵੰਤ ਦੀਦ, ਡਾਕਟਰ ਜਸਵਿੰਦਰ, ਇਹ ਸਾਰੇ, ਤੇ ਦਲੀਪ ਕੌਰ ਟਵਾਣਾ, ਇਹ ਸਾਰੀਆਂ ਹਸਤੀਆਂ ਰਹੀਆਂ ਨੇ। ਤੇ ਉਹ ਸਾਡੇ ਸਕਾਲਰ ਰਹੇ ਨੇ ਡਾਕਟਰ ਰਤਨ ਸਿੰਘ ਜੱਗੀ, ਠੀਕ ਹੈ, ਡਾਕਟਰ ਗੁਲਵੰਤ ਸਿੰਘ, ਤੇ ਇਹ ਸਾਰੀ ਪੰਜਾਬੀ ਯੂਨੀਵਰਸਿਟੀ ਦੀ ਪਤਾ। ਡਾਕਟਰ ਸੁਰਜੀਤ ਲੀ। ਤੇ ਉਹਨਾਂ ਟਾਈਮਾਂ ਦੇ ਵਿੱਚ ਤਾਂ ਆਤਿਸ਼ੇ ਤੁਹਾਨੂੰ ਵੀ ਸ਼ਾਇਦ ਪੁਰਾਣੇ ਦੱਸਦੇ ਹੁਣ ਸੰਗੀ ਸਾਥੀ ਕੋਈ ਤੁਹਾਡੇ ਬਜ਼ੁਰਗ ਕਿ ਉਹ ਭੂਤਵਾੜਾ ਬੜਾ ਮਸ਼ਹੂਰ ਹੁੰਦਾ ਸੀਗੇ। ਉਹ ਕਹਿੰਦੇ ਹੁੰਦੇ ਸੀ ਕਿ ਸਾਰੀਆਂ ਭੂਤਾਂ ਜਿਹੜੀਆਂ ਹੁਣ ਪੰਜਾਬੀ ਯੂਨੀਵਰਸਿਟੀ, ਲਾਲੀ ਬਾਬਾ, ਹੈ ਨਾ ਜੀ, ਤੇ ਸੁਰਜੀਤ ਲੀ ਵੀ ਉਹਨਾਂ ਦੇ ਵਿੱਚ ਹੁੰਦਾ ਸੀਗਾ। ਡਾਕਟਰ ਹਰਿੰਦਰ ਮਹਿਬੂਬ, ਡਾਕਟਰ ਗੁਰਭਗਤ, ਕੁਲਵੰਤ ਸਿੰਘ ਬਿਰਕ, ਚਾਹੇ ਪੜ੍ਹਦੇ ਪਿਛਲੇ ਟਾਈਮਾਂ 'ਚ ਉਦੋਂ ਮਹਿੰਦਰਾ ਕਾਲਜ ਰਹੇ ਨੇ। ਤਾਂ ਇਵੇਂ ਜਿਵੇਂ ਦੇਖੀਏ ਤਾਂ ਹਰਪਾਲ ਪੰਨੂ, ਉਹ ਵੀ ਇੱਥੇ ਪ੍ਰੋਫੈਸਰ ਰਹੇ ਨੇ। ਕਿੰਨੀਆਂ ਉਹਨਾਂ ਨੇ ਕਿਤਾਬਾਂ ਲਿਖੀਆਂ ਨੇ। ਜਿਸ ਤਰ੍ਹਾਂ ਹੁਣ ਉੱਥੇ ਜਿਹੜਾ ਹੈਗਾ ਗੁਰੂ ਗੋਬਿੰਦ ਸਿੰਘ ਸੈਂਟਰ ਤੁਸੀਂ ਪੜ੍ਹਿਆ, ਗੁਰੂ ਗੋਬਿੰਦ ਸਿੰਘ ਭਵਨ ਹੈਗਾ। ਤੇ ਧਰਮ ਦੇ ਵਿੱਚ ਜਿਹੜਾ ਕੰਪੈਰੀਟਿਵ ਸਟੱਡੀ ਦਾ ਜਿਹੜਾ ਹੈਗਾ ਉਹ ਇੱਥੇ ਹੁੰਦੀ ਹੈਗੀ ਹੈ। ਜਿਸ ਤਰ੍ਹਾਂ ਅਮਰੀਕਾ ਦੇ ਵਿੱਚ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਧਰਮਾਂ ਦਾ ਜਿਹੜਾ ਐਨਾਲਿਟੀਕਲ ਸਟੱਡੀ ਹੁੰਦੀ ਹੈ, ਉਵੇਂ ਜਿਵੇਂ ਕੰਪੈਰੀਟਿਵ ਸਟੱਡੀ ਜਿਹੜੀ ਹੈ ਉਹ ਇੱਥੇ ਹੁੰਦੀ ਹੈਗੀ ਹੈ।
ਠੀਕ ਹੈ। ਤਾਂ ਇਹ ਬਹੁਤ ਵੱਡੀ ਕੰਟਰੀਬਿਊਸ਼ਨ ਰਹੀ ਹੈ ਇਸ ਯੂਨੀਵਰਸਿਟੀ ਦੀ। ਇੱਕ ਚਰਨਜੀਤ ਜੀ ਸਭ ਤੋਂ ਵੱਡਾ ਸਵਾਲ ਇਹ ਵੀ ਆਉਂਦਾ ਹੈ ਵੀ ਕਿ ਕਿਸੇ ਵੀ ਯੂਨੀਵਰਸਿਟੀ ਦਾ ਜਿਹੜਾ ਚਿਹਰਾ ਮੋਹਰਾ ਹੈ ਉਹ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਗਿਣਿਆ ਜਾਂਦਾ ਹੈ। ਕੀ ਇਸ ਯੂਨੀਵਰਸਿਟੀ ਦਾ ਕੋਈ ਵਾਈਸ ਚਾਂਸਲਰ ਇੰਨਾ ਸਮਰੱਥ ਨਹੀਂ ਰਿਹਾ ਵੀ ਕਿ ਜਿਹੜਾ ਉਹ ਇਸ ਨੂੰ ਵਿੱਤੀ ਸੰਕਟ ਤੋਂ ਬਾਹਰ ਲਿਆ ਸਕੇ? ਜਾਂ ਅਸੀਂ ਨਾਲ ਇਹ ਵੀ ਜਾਣਨਾ ਚਾਹਾਂਗੇ ਉਹ ਕਿਹੋ ਜਿਹੇ ਜਿਹੜੇ ਵਾਈਸ ਚਾਂਸਲਰ ਹੁਣ ਤੱਕ ਸੇਵਾਵਾਂ ਨਿਭਾ ਚੁੱਕੇ ਨੇ? ਨਹੀਂ ਆਤਿਸ਼, ਇਹ ਨਹੀਂ ਕਹਿ ਸਕਦੇ। ਬੜੇ ਚੰਗੇ ਜਿਹੜੇ ਵਾਈਸ ਚਾਂਸਲਰ ਇਸ ਯੂਨੀਵਰਸਿਟੀ ਦੇ ਰਹੇ ਨੇ। ਡਾਕਟਰ ਜੋਤ ਸਿੰਘ ਪਹਿਲੇ ਵਾਈਸ ਚਾਂਸਲਰ ਸੀ, ਡਾਕਟਰ ਕਿਰਪਾਲ ਸਿੰਘ ਨਾਰੰਗ ਸੀਗੇ ਜਿਨ੍ਹਾਂ ਟਾਈਮਾਂ 'ਚ ਅਸੀਂ ਪੜ੍ਹਦੇ ਸੀਗੇ, ਉਹਨਾਂ ਟਾਈਮ 'ਚ ਡਾਕਟਰ ਐਚ ਕੇ ਮਨਮੋਹਨ ਸਿੰਘ ਸੀ, ਡਾਕਟਰ ਭਗਤ ਸਿੰਘ ਸੀ, ਸਰਦਾਰਾ ਸਿੰਘ ਜੌਹਲ ਵੱਡਾ ਨਾਂ ਸੀ। ਠੀਕ ਹੈ, ਬੜੇ ਵੱਡੇ ਜਿਹੜੇ ਸਕਾਲਰ ਹੈ ਜਿਹੜੇ ਇਸ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹੇ ਨੇ। ਪਰ ਹੁਣ ਕਾਰਨ ਇਹ ਹੈ ਕਿ ਪਹਿਲਾਂ ਆਤਿਸ਼ ਇਹ ਹੁੰਦਾ ਸੀ ਕਿ ਸਰਕਾਰਾਂ ਜਦੋਂ ਕੋਈ ਵਾਈਸ ਚਾਂਸਲਰ ਲਾਉਣਾ ਹੁੰਦਾ ਸੀ ਤਾਂ ਉਹਦੀ ਅਕਾਦਮਿਕ ਜਿਹੜੀ ਯੋਗਤਾ ਹੈ ਉਸ ਨੂੰ ਬੇਸ ਹੁੰਦਾ ਸੀਗਾ ਕਿ ਵੱਡਾ ਚਿਹਰਾ ਲਿਆਂਦਾ, ਕਿਉਂਕਿ ਯੂਨੀਵਰਸਿਟੀ ਦਾ ਜਿਹੜਾ ਟੋਟਲੀ ਦਾਰੋਮਦਾਰ ਹੈ ਉਸ ਚਿਹਰੇ 'ਤੇ ਖੜਾ ਹੈ ਕਿ ਉਹਦਾ ਵਿਜ਼ਨ ਕੀ ਹੈਗਾ, ਕਿੰਨਾ ਕੁ ਸਮਰੱਥ ਹੈਗਾ। ਪਰ ਹੁਣ ਪਿਛਲੇ ਟਾਈਮ 'ਚ ਜਦੋਂ ਸਿਆਸਤ ਨੇ ਹਰ ਪਾਸੇ ਆਪਣਾ ਜਿਹੜਾ ਕੁੰਡਾ ਪਾਉਣਾ ਸ਼ੁਰੂ ਕਰ ਦਿੱਤਾ ਹੈਗਾ ਤਾਂ ਉਹਦੀ ਸੱਟ ਜਿਹੜੀ ਸਾਡੀ ਪੰਜਾਬੀ ਯੂਨੀਵਰਸਿਟੀ ਨੂੰ ਵੀ ਲੱਗੀ ਹੈਗੀ ਹੈ। ਤਾਂ ਹੁਣ ਜਿਹੜਾ ਬੇਸ ਹੈ ਯੂਨੀਵਰਸਿਟੀ ਜਿਹੜਾ ਵਾਈਸ ਚਾਂਸਲਰ ਲਾਉਣ ਦਾ, ਉਹ ਹੋ ਗਿਆ ਹੁਣ ਵਫਾਦਾਰੀ ਹੋ ਗਿਆ, ਪੋਲੀਟਿਕਸ ਹੋ ਗਿਆ, ਸਿਆਸਤ ਕਰਕੇ ਲਾਏ ਜਾਂਦੇ ਨੇ ਜਿਹੜੇ ਵਾਈਸ ਚਾਂਸਲਰ ਲਾਏ ਜਾਂਦੇ ਨੇ। ਅਤੇ ਕਈ ਵਿਵਾਦਤ ਵੀ ਰਹੇ ਨੇ। ਜੋਗਿੰਦਰ ਸਿੰਘ ਪਵਾਰ ਵੀ ਵਿਵਾਦਾਂ 'ਚ ਘਿਰੇ ਰਹੇ ਨੇ, ਆਲੂਵਾਲੀ ਵਿਵਾਦਾਂ 'ਚ ਘਿਰੇ ਰਹੇ ਨੇ। ਅਤੇ ਬਲਕਿ ਸਭ ਤੋਂ ਅੱਛਾ ਜੇ ਪੀਰੀਅਡ ਕਿਹਾ ਜਾਵੇ ਤਾਂ ਹੁਣ ਪਿਛਲੇ ਦੌਰ ਦਾ ਤਾਂ ਆਪਣੇ ਜਿਹੜੇ ਸਰਦਾਰਾ ਸਿੰਘ ਜੌਹਲ ਦਾ ਪੀਰੀਅਡ ਹੈ ਜਿਹੜਾ ਉਹ ਬੜਾ ਅੱਛਾ ਰਿਹਾ ਹੈਗਾ। ਅਤੇ ਜਿਸ ਟਾਈਮ ਸਰਦਾਰਾ ਸਿੰਘ ਜੌਹਲ ਪੰਜਾਬੀ ਯੂਨੀਵਰਸਿਟੀ ਆਏ ਸੀਗੇ ਤਾਂ ਉਹਨਾਂ ਦੇਖਿਆ ਕਿ ਉਹ ਯੂਨੀਵਰਸਿਟੀ ਦੇ ਵਿੱਚ ਜਿਵੇਂ ਹੁਣ ਸਟ੍ਰਾਈਕ ਚੱਲ ਰਹੀ, ਉਸ ਟਾਈਮ ਸਟ੍ਰਾਈਕ ਚੱਲ ਰਹੀ ਸੀ ਸਟੂਡੈਂਟਾਂ ਦੀ ਵੀ, ਟੀਚਰਾਂ ਦੀ ਵੀ। ਤਾਂ ਜਿਹੜੀ ਫੈਕਲਟੀ ਸੀ ਉਹਨਾਂ ਨੇ ਕਿਹਾ ਕਿ ਜੀ ਤੁਸੀਂ ਆਫਿਸ ਨਾ ਜਾਓ ਕਿ ਬੜਾ ਇਸ ਤਰ੍ਹਾਂ ਦਾ ਮਾਹੌਲ ਹੈ। ਉਹ ਕਹਿੰਦੇ ਕਿ ਨਹੀਂ ਜੀ ਆਫਿਸ ਜਾਣਾ ਹੈ। ਆਫਿਸ ਗਏ, ਉਹਨਾਂ ਨੇ ਸਾਰੀਆਂ ਧਿਰਾਂ ਨੂੰ ਬੁਲਾਇਆ, ਉਹਨਾਂ ਨੂੰ ਕਿਹਾ ਦੇਖੋ ਜੀ ਕਿ ਇੱਕ ਤਾਂ ਇਹ ਹੈ ਕਿ ਮੈਂ ਤੁਹਾਡੇ ਨਾਲ ਕਿਸੇ ਕਿਸਮ ਦਾ ਬਲਫ ਨਹੀਂ ਕਰਾਂਗਾ, ਜਿਹੜਾ ਵਾਅਦਾ ਕਰਾਂਗਾ ਉਸ ਨੂੰ ਪੂਰਾ ਕਰਾਂਗਾ। ਮੈਨੂੰ ਤੁਹਾਨੂੰ ਇੱਕੋ ਹੀ ਸ਼ਰਤ ਹੈ ਕਿ ਤੁਸੀਂ ਮੈਨੂੰ ਕਨਵਿੰਸ ਕਰਾਉਣਾ ਹੋਏਗਾ। ਜੇ ਤੁਸੀਂ ਮੈਨੂੰ ਕਨਵਿੰਸ ਕਰਾਇਓ ਤੁਹਾਡੇ ਕੋਲ 1% ਵੀ ਮੈਂ ਝੂਠ ਨਹੀਂ ਬੋਲਾਂਗਾ। ਅਤੇ ਬੜਾ ਉਸ ਟਾਈਮ ਦਰਬਾਰਾ ਸਿੰਘ ਦੀ ਗਵਰਨਮੈਂਟ ਸੀ ਜਿਸ ਟਾਈਮ ਉਹ BC ਆਏ ਨੇ। ਤਾਂ ਉਹਨਾਂ ਦੇ ਵਿੱਚ ਕੀ ਹੋਇਆ ਸੀ ਕਿ ਉਹ ਪਟਿਆਲੇ ਦੇ ਲੋਕਾਂ ਨੇ ਇਕੱਠੇ ਹੋ ਕੇ ਉਹਨਾਂ ਲਈ ਇੱਕ ਸਿਵਲ ਰਿਸੈਪਸ਼ਨ ਰੱਖੀ ਵੀ ਸੀ। ਤਾਂ ਦਰਬਾਰਾ ਸਿੰਘ ਨੇ ਇਹਨਾਂ ਨੂੰ ਬੁਲਾਇਆ, ਉਹਨਾਂ ਨੇ ਕਿਹਾ ਕਿ ਵੀ ਜੌਹਲ ਸਾਹਿਬ ਤੁਸੀਂ ਇੱਦਾਂ ਕਰੋ ਵੀ ਉਹ ਜਿਹੜੇ ਪਾਰਟੀ 'ਤੇ ਤੁਹਾਨੂੰ ਬੁਲਾਇਆ ਹੈਗਾ ਉਹ ਤਾਂ ਅਕਾਲੀ ਦਲ ਨਾਲ ਸੰਬੰਧ ਰੱਖਦੇ, ਤੁਸੀਂ ਨਾ ਜਾਓ। ਤਾਂ ਉਹਨਾਂ ਨੇ ਕਹਿਤਾ ਸੀ ਕਿ ਜੀ ਤੁਸੀਂ ਮੇਰਾ ਜੇ ਤੁਹਾਨੂੰ ਇਹ ਲੱਗਦਾ ਹੈਗਾ ਤਾਂ ਮੇਰਾ ਤੁਸੀਂ ਰਿਜ਼ਾਈਨ ਸਮਝੋ। ਅਤੇ ਮੁੜ ਕੇ ਦਰਬਾਰਾ ਸਿੰਘ ਨੂੰ ਮਤਲਬ ਝੁਕਣਾ ਪਿਆ ਸੀ। ਇਵੇਂ ਜਿਵੇਂ ਇੱਕ ਵਾਰੀ ਕੈਪਟਨ ਅਮਰਿੰਦਰ ਸਿੰਘ ਵੀ ਉਦੋਂ ਵਜ਼ੀਰ ਹੁੰਦੇ, ਉਸ ਤੋਂ ਬਾਅਦ ਜਿਹੜੇ ਵਜ਼ੀਰ ਬਣ ਗਏ ਸੀਗੇ ਬਰਨਾਲਾ ਗੌਰਮੈਂਟ ਦੇ ਵਿੱਚ, ਤਾਂ ਇੱਕ ਵਾਰੀ ਇਹ ਜੌਹਲ ਸਾਹਿਬ ਇਹਨਾਂ ਨੂੰ ਮਿਲਣ ਚਲੇ ਗਏ ਕੈਪਟਨ ਅਮਰਿੰਦਰ ਸਿੰਘ ਨੂੰ। ਤਾਂ ਕੈਪਟਨ ਅਮਰਿੰਦਰ ਸਿੰਘ ਨੇ ਬੜਾ ਅਦਬ ਦਿਖਾਇਆ, ਉਹ ਉੱਠ ਕੇ ਖੜੇ ਹੋ ਗਏ ਸੀ, ਮਿਲੇ। ਉਹ ਕਹਿੰਦੇ ਕਿ ਤੁਸੀਂ ਜੌਹਲ ਸਾਹਿਬ ਤੁਸੀਂ ਮੇਰੇ ਕੋਲ ਨਹੀਂ ਸੀ ਆਉਣਾ, ਮੈਂ ਤੁਹਾਡੇ ਕੋਲ ਆਉਣਾ ਸੀ, ਕਿਉਂਕਿ ਤੁਸੀਂ ਇਕੱਲੇ VC ਨਹੀਂ ਹੈਗੇ, ਤੁਸੀਂ ਇੱਕ ਪੂਰੀ ਇੰਸਟੀਟਿਊਸ਼ਨ ਹੋ। ਕਿਉਂਕਿ ਤੁਹਾਡੇ ਨਾਲ ਉਸ ਜਿਹੜਾ ਉਹਦਾ ਜੁੜਿਆ ਹੋਇਆ ਹੈ ਨਾਮ, ਇੱਕ ਅਦਾਰੇ ਦਾ, ਇੱਕ ਇੰਸਟੀਟਿਊਸ਼ਨ ਦਾ ਹਿੱਟ ਮਤਲਬ ਜੁੜੀ ਹੋਈ ਹੈ, ਮਾਨ ਜੁੜਿਆ ਹੋਇਆ ਨਾਲ। ਅਤੇ ਇਵੇਂ ਜਿਵੇਂ ਇੱਕ ਵਾਰੀ ਉਹ ਕਿਸੇ ਕੈਬਨਿਟ 'ਚ ਗਏ ਸੀਗੇ ਅਤੇ ਉਦੋਂ ਜਿਹੜਾ ਚੀਫ ਮਿਨਿਸਟਰ ਸੀ ਉਹਨਾਂ ਨੂੰ ਬਾਹਰ ਮਿਲਣ ਆਇਆ ਸੀਗਾ, ਤਾਂ ਉਦੋਂ ਮਾਨ ਸਨਮਾਨ ਵੀ ਹੁੰਦਾ ਸੀ ਅਤੇ ਕਦਾਵਰ ਵੀ ਹੁੰਦੇ ਸੀ। ਤਾਂ ਡਾਕਟਰ HK ਮਨਮੋਹਨ ਸਿੰਘ ਸਾਡੇ ਟਾਈਮਾਂ 'ਚ ਰਹੇ ਨੇ ਜਿਹੜੇ VC, ਤਾਂ ਉਹ ਬਹੁਤ ਵੱਡੀ ਹਸਤੀ ਸੀਗੇ। ਪਰ ਉਹਨਾਂ ਦੀ ਇੱਕ ਮੈਂ ਤੁਹਾਨੂੰ ਹਾਸੇ ਵਾਲੀ ਗੱਲ ਦੱਸਦਾ ਕਿ ਜਿਸ ਤਰ੍ਹਾਂ ਇਹ ਆਪਣੀ ਜ਼ੁਬਾਨ ਦੇ ਬੜੇ ਪੱਕੇ ਸੀਗੇ BC ਸਾਹਿਬ, ਆਪਣੇ ਜੌਹਲ ਸਾਹਿਬ। ਤਾਂ ਉਸ ਟਾਈਮ ਦੇ ਵਿੱਚ ਸਾਡੇ ਵਿਦਿਆਰਥੀ ਨੇਤਾ ਹੁੰਦੇ ਸੀ ਡਾਕਟਰ ਜਗਦੇਵ ਭੰਦੋਲ। ਤਾਂ ਉਹਨਾਂ ਨੇ ਇੱਕ ਵਾਰੀ ਬੜੀ ਇੱਕ ਐਜੀਟੇਸ਼ਨ ਦਾ ਮੂਡ ਬਣਨ ਲੱਗਿਆ ਅਤੇ ਉਹਨਾਂ ਨੇ ਜਾ ਕੇ ਵਾਰਨਿੰਗ ਦਿੱਤੀ ਕਿ VC ਸਾਹਿਬ ਤੁਸੀਂ ਵੀ ਇੱਦਾਂ ਕਰਕੇ ਸਟੂਡੈਂਟ ਬੜੇ ਭੜਕੇ ਹੋਏ ਨੇ ਵੀ ਅਸੀਂ ਸਾਰਾ ਕੁਝ ਬੰਦ ਕਰ ਦਾਂਗੇ, ਸਾਡੀ ਮੰਗ ਨਾ ਮੰਨੀ। ਤਾਂ ਉਹਨੇ ਕਿਹਾ ਕਿ ਜੀ ਮੈਂ ਤੁਹਾਡੀਆਂ ਸਾਰੀਆਂ ਮੰਗਾਂ ਮੰਨ ਲਈਆਂ, ਸਟੂਡੈਂਟ ਨੂੰ ਜਾ ਕੇ ਐਲਾਨ ਕਰ ਦਿਓ। ਤਾਂ ਐਲਾਨ ਕਰ ਦਿੱਤਾ, ਐਜੀਟੇਸ਼ਨ ਖਤਮ ਹੋ ਗਈ ਜਿਹੜੀ ਸ਼ੁਰੂ ਹੋਣੀ ਸੀ ਸ਼ੁਰੂ ਦੇ ਵਿੱਚ ਹੀ। ਅਤੇ ਜਦੋਂ ਹਫ਼ਤੇ ਬਾਅਦ ਕੋਈ ਉਗ ਸੁਗ ਨਾ ਨਿਕਲੀ ਕਿਸੇ ਮੰਗ ਦੀ, ਤਾਂ ਅਸੀਂ ਦੁਆਰੇ ਜਾ ਕੇ ਫਿਰ ਉਹ ਡਾਕਟਰ ਜਗਦੇਵ ਜਦੋਂ ਮਿਲੇ ਉਹਨਾਂ ਨੂੰ ਕਹਿੰਦੇ ਕਿ ਤੁਸੀਂ ਤਾਂ ਵਾਅਦਾ ਕੀਤਾ ਸੀਗਾ ਜੀ ਅਤੇ ਵੀ ਮੰਗਾਂ ਮੰਨ ਲਈਆਂ ਅਤੇ ਸਾਡਾ ਤਾਂ ਤੁਸੀਂ ਇਸ ਕਿਸਮ ਸਾਡੇ ਨਾਲ ਤੁਸੀਂ ਬਲਫ ਕੀਤਾ ਹੈਗਾ। ਤਾਂ ਡਾਕਟਰ HK ਮਨਮੋਹਨ ਸਿੰਘ ਬੜੇ ਸਾਫ਼ ਗੋਈ ਨਾਲ ਕਹਿੰਦੇ ਕਿ ਦੇਖੋ ਜੀ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਪਰ ਮੈਂ ਹੁਣ ਮੁੱਕਰ ਗਿਆ। ਤਾਂ ਜਿਵੇਂ ਪੰਜਾਬੀ 'ਚ ਕਹਿੰਦੇ ਕਿ ਮਰੇ ਤੇ ਮੁੱਕਰੇ ਦਾ ਕੋਈ ਇਲਾਜ ਨਹੀਂ ਹੁੰਦਾ। ਤਾਂ ਸਾਡੀ ਪੰਜਾਬੀ ਯੂਨੀਵਰਸਿਟੀ ਚੰਗਾ ਰਵਾਇਤ, ਚੰਗੇ BC ਰਹੇ ਨੇ, ਇਹ ਨਹੀਂ ਕਿ ਕੋਈ ਮਾੜੇ ਰਹੇ ਨੇ। ਅਤੇ ਇੱਕ ਦੋ ਉਹ ਤਾਂ ਸਾਰੇ ਕਿਤੇ ਪੋਸੀਬਿਲਿਟੀ ਹੁੰਦੀ ਹੈ, ਪਰ ਜਿਹੜਾ ਹੁਣ ਨਵਾਂ ਸਟਾਫ ਹੋਣਾ ਸ਼ੁਰੂ ਹੋ ਗਿਆ, ਜਿਵੇਂ ਹੁਣ ਮੌਜੂਦਾ VC ਨੇ ਡਾਕਟਰ ਭੂਰਾ ਸਿੰਘ ਘੁੰਮਣ ਜੀ, ਹੁਣ ਉਹਨਾਂ ਬਾਰੇ ਮੈਨੂੰ ਨਹੀਂ ਪਤਾ, ਪਰ ਉੱਥੇ ਇੱਕ ਚਰਚਾ ਹੈਗੀ ਹੈ ਕਿ ਉਹ ਪ੍ਰਸ਼ਾਸਕ ਚੰਗੇ ਨਹੀਂ ਹੈਗੇ, ਉਹ ਘਰੋਂ ਨਹੀਂ ਨਿਕਲ ਰਹੇ ਜ਼ਿਆਦਾ ਟਾਈਮ। ਅਤੇ ਮੈਂ ਤਾਂ VCਆਂ ਬਾਰੇ ਤਾਂ ਇੰਨਾ ਕੀ ਤੁਹਾਨੂੰ ਕਹਿ ਸਕਾਂਗਾ
ਇੱਕ ਜਿਹੜੇ ਗੱਲ ਕਰੀਏ ਚਰਨਜੀਤ ਜੀ, ਪੰਜਾਬੀ ਯੂਨੀਵਰਸਿਟੀ ਨੇ ਇਤਿਹਾਸ ਨੂੰ ਇੰਨਾ ਕੁਝ ਦਿੱਤਾ। ਪੰਜਾਬੀ ਯੂਨੀਵਰਸਿਟੀ ਤੋਂ ਇੰਨੇ ਜਿਹੜੇ ਹਰ ਖੇਤਰ ਦੇ ਵਿੱਚ ਹਸਤੀਆਂ ਜਿਹੜੀਆਂ ਨਿਕਲੀਆਂ, ਤੇ ਸਰਕਾਰ ਨੂੰ ਜਿਹੜਾ ਇਸ ਨੂੰ ਵਿੱਤੀ ਸੰਕਟ ਤੋਂ ਬਾਹਰ ਲਿਆਉਣ ਲਈ ਕੀ ਕਰਨਾ ਚਾਹੀਦਾ ਹੈ? ਆਤਿਸ਼, ਜਿਵੇਂ ਆਪਾਂ ਸ਼ੁਰੂ ਦੇ ਵਿੱਚ ਗੱਲ ਕੀਤੀ ਸੀ ਕਿ ਸਵਾਲ ਯੂਨੀਵਰਸਿਟੀ ਦਾ ਨਹੀਂ ਹੈਗਾ, ਸਵਾਲ ਹੈਗਾ ਮਾਤ ਭਾਸ਼ਾ ਨੂੰ ਬਚਾਉਣ ਦਾ, ਤੇ ਤੁਹਾਡਾ ਤੁਸੀਂ ਉਹਦੇ ਪ੍ਰਤੀ ਕਿੰਨਾ ਕੁ ਅਦਬ ਰੱਖਦੇ ਹੋ, ਤੁਹਾਡੀ ਕਿੰਨੇ ਕੁ ਸੁਹਿਰਦ ਹੋ ਤੁਸੀਂ ਆਪਣੀ ਭਾਸ਼ਾ ਪ੍ਰਤੀ, ਕਿਉਂਕਿ ਬਾਕੀ ਅਦਾਰੇ ਤਾਂ ਮਰ ਚੁੱਕੇ ਨੇ। ਹੁਣ ਤੁਸੀਂ ਦੇਖਣਾ ਹੈਗਾ, ਪਹਿਲੀ ਗੱਲ ਤਾਂ ਹੈ ਕਿ ਸਰਕਾਰਾਂ ਉਸ ਨੂੰ ਥੋੜ੍ਹਾ ਜਿਹਾ ਪੈਰਾਂ ਸਿਰ ਕਰਨ, ਉਹਨਾਂ ਨੂੰ ਯਕਮੁਸ਼ਤ ਇੱਕ ਗ੍ਰਾਂਟ ਦੇ ਦਿੱਤੀ ਜਾਵੇ ਤਾਂ ਕਿ ਜਿਹੜਾ ਮੌਜੂਦਾ ਇੱਕ ਭਖਿਆ ਹੋਇਆ ਸੰਕਟ ਹੈ ਉਹ ਟਲ ਜੇ। ਕਿਉਂਕਿ ਇਸ ਵੇਲੇ ਤਾਂ ਇਹ ਹੈਗਾ ਕਿ ਪਬਲੀਕੇਸ਼ਨ ਬਿਊਰੋ ਜਿਹੜਾ ਪੰਜਾਬੀ ਯੂਨੀਵਰਸਿਟੀ ਦਾ ਬੜਾ ਮਜ਼ਬੂਤ ਹੈ, ਤਕਰੀਬਨ 5000 ਟਾਈਟਲ ਹੁਣ ਤੱਕ ਛਪ ਚੁੱਕਾ ਹੈ। ਹੋਰ ਕਿਸੇ ਯੂਨੀਵਰਸਿਟੀ ਦਾ ਇਹੋ ਜਿਹਾ ਰੋਲ ਨਹੀਂ ਰਿਹਾ, ਪਰ ਹੁਣ ਉੱਥੇ ਖਰੜੇ ਰੋਲ ਰਹੇ ਨੇ। ਹੁਣ ਛਪਾਈ ਨਹੀਂ ਹੋ ਰਹੀ ਲੰਬੇ ਟਾਈਮ ਤੋਂ, ਤੇ ਜਿਹੜੀ ਯੂਨੀਵਰਸਿਟੀ ਦਾ ਐਡਾ ਵਧੀਆ ਇਤਿਹਾਸ ਰਿਹਾ ਹੋਵੇ, ਉਹ ਕਿਤੇ ਜਮੇ ਲਿਓ ਲੈ ਕੇ ਉਸ ਦੀ ਜਿਹੜੀ ਗੱਡੀ ਹੈ, ਉਸ ਦਾ ਦਰਵਾਜ਼ਾ ਜਿਹੜਾ ਕਿਤੇ ਬੰਦ ਨਾ ਹੋ ਜਾਵੇ, ਤਾਂ ਸਰਕਾਰਾਂ ਦਾ ਇਹ ਫਰਜ਼ ਬਣਦਾ ਹੈ ਕਿ ਉਸ ਨੂੰ ਬਚਾਉਣ, ਉਸ ਨੂੰ ਇੱਕ ਗ੍ਰਾਂਟ ਦਿੱਤੀ ਜਾਵੇ। ਤੇ ਦੂਸਰਾ ਇਹ ਹੈ ਕਿ ਜਦੋਂ ਵੀ ਕੋਈ ਜਿਹੜੀ ਪੋਲੀਟਿਕਸ ਹੈ ਉਹ ਬਿਲਕੁਲ ਮਨਫੀ ਕਰ ਦਿੱਤੀ ਜਾਵੇ, ਕਿਉਂਕਿ ਪੋਲੀਟਿਕਸ ਨੇ ਉੱਥੇ ਜ਼ਿਆਦਾ ਢਾਹ ਲਾਈ ਹੈਗੀ ਹੈ ਕਿ ਜਦੋਂ ਤੁਸੀਂ ਚਾਹੇ ਅਟੋਨਮਸ ਬਾਡੀ ਹੈਗੀ ਹੈ, ਤੁਸੀਂ ਗ੍ਰਾਂਟ ਦਿਓ, ਗੱਲ ਖਤਮ। ਤੁਹਾਡਾ ਉਹ ਫਰਜ਼ ਬਣਦਾ ਹੈਗਾ, ਇੱਕ ਡਿਊਟੀ ਵੀ ਬਣਦੀ ਹੈ ਵੈਲਫੇਅਰ ਸਟੇਟ ਦੀ, ਪਰ ਉਸ ਨੂੰ ਇਸ ਕਿਸਮ ਦੀ ਢਾਹ ਨਾ ਲਾਈਓ, ਪੋਲੀਟੀਕਲ ਇੰਟਰਫੇਰੈਂਸ ਘਟਾਈ ਜਾਵੇ। ਜਿਵੇਂ ਹੁਣ ਖੈਰ ਵੈਸੇ ਤਾਂ ਸਾਰੀਆਂ ਸਰਕਾਰਾਂ ਕਿਸੇ ਨਾ ਕਿਸੇ ਰੂਪ ਵਿੱਚ ਕਰਦੀਆਂ ਰਹਿੰਦੀਆਂ ਨੇ, ਪਰ ਪਿਛਲੀ ਗਵਰਨਮੈਂਟ ਨੇ ਜ਼ਿਆਦਾ ਕੀਤਾ ਸੀਗਾ, ਤਾਂ ਹੁਣ ਇਸ ਮੌਜੂਦਾ ਸੰਕਟ ਦੇ ਵਿੱਚੋਂ ਕੱਢਣ ਦੀ ਲੋੜ ਹੈ, ਔਰ ਉਸ ਤੋਂ ਬਾਅਦ ਇਹਨੂੰ ਇੱਕ ਰੈਗੂਲਰ ਗ੍ਰਾਂਟ ਹੈ ਜਿਹੜੀ ਉਹ ਦੇਣ ਦੀ ਲੋੜ ਹੈ। ਤਾਂ ਮੈਂ ਅਖੀਰ ਦੇ ਵਿੱਚ ਆਤਿਸ਼ ਦੋ ਬੇਨਤੀਆਂ ਕਰਨਾ ਚਾਹੁੰਦਾ। ਇੱਕ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ, ਕਿਉਂਕਿ ਸਾਡੇ ਮੁੱਖ ਮੰਤਰੀ ਨੇ, ਕਿ ਅਮਰਿੰਦਰ ਸਿੰਘ ਦੇ ਜਿਹੜੇ ਅੱਗੇ ਬਜ਼ੁਰਗ ਸੀ ਮਹਾਰਾਜਾ ਯਾਦਵਿੰਦਰ ਸਿੰਘ, ਜਿਸ ਟਾਈਮ ਇਹ ਯੂਨੀਵਰਸਿਟੀ ਦਾ ਸਥਾਪਨਾ ਕਮੇਟੀ ਬਣਾਈ ਗਈ ਸੀ, ਤਾਂ ਉਹਦੇ ਜਿਹੜੇ ਪ੍ਰਧਾਨ ਹੈ ਉਹ ਮਹਾਰਾਜਾ ਯਾਦਵਿੰਦਰ ਸਿੰਘ ਬਣਾਏ ਗਏ ਸੀ। ਤਾਂ ਮਹਾਰਾਜਾ ਯਾਦਵਿੰਦਰ ਹੱਥੋਂ ਇਹਨਾਂ ਦੀ ਸਥਾਪਨਾ ਹੋਈ ਵੀ ਹੈ ਇਸ ਯੂਨੀਵਰਸਿਟੀ ਦੀ, ਤਾਂ ਇਸ ਦੀ ਲਾਜ ਰੱਖਣੀ, ਇਸ ਨੂੰ ਬਚਾਉਣਾ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਅਖਲਾਕੀ ਫਰਜ਼ ਵੀ ਬਣਦਾ ਹੈਗਾ। ਤਾਂ ਕਿ ਜਿਸ ਤਰ੍ਹਾਂ ਮਹਾਰਾਜਾ ਯਾਦਵਿੰਦਰ ਸਿੰਘ ਦਾ ਅਸੀਂ ਨਾਂ ਲੈ ਰਹੇ ਹਾਂ ਅੱਜ ਸਥਾਪਨਾ ਕਮੇਟੀ ਕਰਕੇ, ਤਾਂ ਜੇ ਉਹਨਾਂ ਨੂੰ ਬਚਾਉਣਗੇ ਤਾਂ ਉਹਨਾਂ ਦਾ ਵੀ ਕਿਸੇ ਨਾ ਕਿਸੇ ਰੂਪ 'ਚ ਨਾਂ ਲਿਆ ਜਾਏਗਾ। ਤੇ ਦੂਜੀ ਬੇਨਤੀ ਮੈਂ ਆਪਣੇ ਪੰਜਾਬੀ ਯੂਨੀਵਰਸਿਟੀ ਦੇ ਜਿਹੜੇ ਮੌਜੂਦਾ ਵਾਈਸ ਚਾਂਸਲਰ ਨੇ ਡਾਕਟਰ ਭੂਰਾ ਸਿੰਘ ਘੁੰਮਣ ਹੋਰਾਂ ਨੂੰ ਕਹਾਂ ਕਿ ਮਲਾਹ ਦਾ ਉਦੋਂ ਪਤਾ ਲੱਗਦਾ ਹੈ ਜਦੋਂ ਤੂਫਾਨ ਆਇਆ ਹੋਵੇ। ਸੋ ਯੂਨੀਵਰਸਿਟੀ ਦੇ ਵਿੱਚ ਇੱਕ ਤੂਫਾਨ ਆਇਆ ਹੋਇਆ, ਕੋਈ ਹੋਰ ਵੱਡੇ ਝੱਖੜ ਦੀ ਵੇਟ ਨਾ ਕਰੋ। ਇਸ ਨੂੰ ਬਚਾਉਣ ਲਈ ਜ਼ਰੂਰੀ ਹੈ ਕਿ ਸਾਡੇ ਵਾਈਸ ਚਾਂਸਲਰ ਹੁਣ ਘਰ 'ਚੋਂ ਨਿਕਲਣ, ਉਹ ਸਰਕਾਰ ਦੇ ਦਰਾਂ 'ਤੇ ਵੀ ਜਾਣ। ਉਹ ਜਿਹੜੇ ਉੱਥੇ ਮੁਜ਼ਾਹਰੇ ਚੱਲ ਰਹੇ ਨੇ, 4 ਮੁਜ਼ਾਹਰੇ ਚੱਲ ਰਹੇ ਨੇ, ਯੂਨੀਵਰਸਿਟੀ ਦੇ VC ਦੀ ਰਿਹਾਇਸ਼ ਦੇ ਵੀ, ਉਹਦੇ ਆਫਿਸ ਦੇ ਵੀ, ਡੀਨ ਦੇ ਵੀ, ਰਜਿਸਟਰਾਰ ਦੇ ਵੀ, ਸਟੂਡੈਂਟ ਵੀ ਉੱਥੋਂ ਦੇ ਲੱਗੇ ਹੋਏ ਨੇ। ਤਾਂ ਉਹਨਾਂ ਨੂੰ ਜਾ ਕੇ ਉਹਨਾਂ ਲੋਕਾਂ ਦੇ ਵਿੱਚ ਵੀ ਜਾਣਾ ਪਏਗਾ ਤੇ ਸਰਕਾਰ ਕੋਲ ਵੀ ਜਾਣਾ ਪਏਗਾ, ਤਾਂ ਹੀ ਹੁਣ ਯੂਨੀਵਰਸਿਟੀ ਬਚ ਸਕੇਗੀ। ਇਹ ਸਨ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਚਰਨਜੀਤ ਸਿੰਘ ਭੁੱਲਰ, ਜਿਨ੍ਹਾਂ ਨੇ ਸਾਡੇ ਨਾਲ ਪੰਜਾਬੀ ਯੂਨੀਵਰਸਿਟੀ ਵਿੱਤੀ ਸੰਕਟ ਬਾਰੇ ਗੱਲਬਾਤ ਕਰਦਿਆਂ ਦੱਸਿਆ ਵੀ ਕਿ ਇਸ ਸਮੇਂ ਪੰਜਾਬੀ ਯੂਨੀਵਰਸਿਟੀ ਬਹੁਤ ਵੱਡੇ ਵਿੱਤੀ ਸੰਕਟ ਤੋਂ ਜੂਝ ਰਹੀ ਹੈ, ਤੇ ਇਸ ਨੂੰ ਕੱਢਣ ਲਈ ਇੱਕ ਵਾਰ ਸਰਕਾਰ ਨੂੰ ਅੱਗੇ ਆਉਣ ਦੀ ਲੋੜ ਹੈ, ਤੇ ਜਿਹੜਾ ਭਵਿੱਖ ਦੇ ਵਿੱਚ ਇਹਨੂੰ ਵਿੱਤੀ ਸੰਕਟ ਤੋਂ ਬਾਹਰ ਕੱਢਦੇ ਹੋਏ ਉਹਦੀ ਇੱਕ ਫਿਕਸ ਗ੍ਰਾਂਟ ਕੀਤੀ ਜਾਵੇ, 92ਵੀਂ ਗ੍ਰਾਂਟ ਕੀਤੀ ਜਾਵੇ, ਤਾਂ ਜੋ ਇਹ ਮੁੜ ਅਜਿਹੇ ਸੰਕਟ ਦੇ ਵਿੱਚ ਨਾ ਆ ਸਕੇ। ਕੱਲ੍ਹ ਨੂੰ ਇਸੇ ਸਮੇਂ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।